Well, hello there, Sam Manasal here. ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੇਰੇ ਨਾਲ ਅੱਜ ਡਾਕਟਰ ਇੰਦਰਜੀਤ ਸਿੰਘ ਮਾਰਵਾਹਾ ਜੀ ਨੇ, who is the president of Progressive Dental Society and director of Marathon Hotel right here on GT Road। ਅੱਜ ਇਹਨਾਂ ਨੇ ਬਹੁਤ ਵਧੀਆ ਇੱਕ ਆਪਣੇ ਹੋਟਲ 'ਚ ਉਪਰਾਲਾ ਕੀਤਾ। It is a seminar and awareness campaign where a lot of learned doctors and other speakers are here talking about ਕਿ ਸਾਡੇ ਜਿਹੜੀਆਂ women's ਦੇ ਨਾਲ ਇੰਡੀਆ ਦੇ ਵਿੱਚ ਜੋ atrocities ਹੋ ਰਹੀਆਂ ਵਾ, starting from Nirbhaya and before and now recent was the Kolkata West Bengal case। ਉਹਦੇ ਬਾਰੇ ਸਰ ਤੁਸੀਂ ਆਪਣੇ ਸਾਡੇ ਦਰਸ਼ਕਾਂ ਨੂੰ ਆਪਣੇ ਵਿਚਾਰ ਸਾਂਝੇ ਕਰੋ ਸਰ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਵਾਂ। ਆਈ ਐਮ ਰੀਅਲੀ ਥੈਂਕਫੁਲ ਟੂ ਸੰਦੀਪ ਮੈਨ ਐਂਸਲ ਜੀ, ਜਿਨ੍ਹਾਂ ਨੇ ਕਿ ਆਪਣੇ ਰੁਝੇਵੇਂ 'ਚੋਂ ਵਕਤ ਕੱਢ ਕੇ ਇੱਥੇ ਸਾਡੇ ਕੋਲ ਆਏ। ਸਿਰਫ ਸਾਡੇ ਇਸ ਪ੍ਰੋਗਰਾਮ ਨੂੰ ਕਵਰ ਹੀ ਨਹੀਂ ਕੀਤਾ, ਤੁਹਾਡੇ ਤੱਕ ਨਹੀਂ ਪਹੁੰਚਾ ਰਹੇ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਵੀ ਜਿਹੜੇ ਸਰੋਤੇ ਹੋ ਉਹਨਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਆਫਟਰਨੂਨ। ਅਸੀਂ ਦੁਪਹਿਰ ਨੂੰ ਤਕਰੀਬਨ 1:30 ਵਜੇ ਦੇ ਤਕਰੀਬਨ ਇਹਨੂੰ ਕਵਰ ਕਰ ਰਹੇ ਹਾਂ। ਸੋ ਬਹੁਤ ਧੰਨਵਾਦ ਇਹਨਾਂ ਦਾ। ਇਹਨਾਂ ਨੇ ਸਿਰਫ ਕਵਰ ਹੀ ਨਹੀਂ ਕੀਤਾ ਬਲਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੇ ਵਡਮੁੱਲੇ ਵਿਚਾਰ ਜਿਹੜੇ ਨੇ, ਹੀ ਇਜ਼ ਅ ਵੈਰੀ ਗੁੱਡ ਸਪੀਕਰ ਆਲਸੋ, ਇਹਨਾਂ ਨੇ ਆਪਣੇ ਵਡਮੁੱਲੇ ਵਿਚਾਰ ਦਿੱਤੇ ਔਰ ਲੋਕਾਂ ਨੂੰ ਬਹੁਤ ਅੱਛੀ ਤਰ੍ਹਾਂ ਮੈਸੇਜ ਦਿੱਤਾ। ਜਿੱਥੋਂ ਤੱਕ ਇਹਨਾਂ ਨੇ ਮੇਰੇ ਕੋਲੋਂ ਸਵਾਲ ਪੁੱਛਿਆ ਵੀ ਅੱਜ ਦੇ ਇਸ ਪ੍ਰੋਗਰੈਸਿਵ ਡੈਂਟਲ ਸੁਸਾਇਟੀ ਵੱਲੋਂ ਕੀਤੇ ਜਾਂਦੇ ਵਿਮਨ ਇੰਪਾਵਰਮੈਂਟ ਦੇ ਸੈਮੀਨਾਰ ਦੇ ਬਾਰੇ ਦੇ ਵਿੱਚ। ਸੋ ਵਿਮਨ ਇੰਪਾਵਰਮੈਂਟ ਇੱਕ ਬਹੁਤ ਹੀ ਸੈਂਸਿਟਿਵ ਜਿਹੜਾ ਵੇ ਮੁੱਦਾ ਵੇ, ਬਹੁਤ ਹੀ ਸਾਡੇ ਸਾਰਿਆਂ ਦੇ ਜੀਵਨ ਨੂੰ, ਸਾਡੇ ਸਮਾਜ ਨੂੰ, ਸਾਡੇ ਪਰਿਵਾਰਾਂ ਨਾਲ ਵਾਬਸਤਾ ਇੱਕ ਮੁੱਦਾ ਵੇ। ਔਰ ਸਾਡੇ ਸਾਰੇ ਦੇ ਪਰਿਵਾਰ ਦੇ ਵਿੱਚ ਮਾਤਾਵਾਂ ਨੇ, ਭੈਣਾਂ ਨੇ, ਬੱਚੀਆਂ ਨੇ ਜਿਹੜੀਆਂ ਕਿ ਇਸ ਵੇਲੇ ਬਾਹਰ ਕੰਮਕਾਜ ਵੀ ਕਰ ਰਹੀਆਂ, ਜਿੱਥੇ ਆਪਣਾ ਘਰ-ਬਾਰ ਸੰਭਾਲ ਰਹੀਆਂ ਨੇ ਉੱਥੇ ਨਾਲ ਹੀ ਬਾਹਰ ਕੰਮਕਾਰ ਕਰ ਰਹੀਆਂ ਨੇ। ਔਰ ਇਸ ਵੇਲੇ ਜਿਸ ਤਰ੍ਹਾਂ ਕਿ ਅਸੀਂ ਹਿਸਟਰੀ 'ਚ ਪੜ੍ਹਦੇ ਹਾਂ ਕਿ ਔਰਤ ਜਾਤ ਜਿਹੜੀ ਸੀਗੀ ਉਹ ਬਹੁਤ ਬੁਰੀ ਤਰ੍ਹਾਂ ਦੱਬੀ ਕੁਚਲੀ ਸੀਗੀ, ਲਤਾੜੀ ਜਾ ਰਹੀ ਸੀਗੀ। ਔਰ ਉਹਦੇ ਵਾਸਤੇ ਨਾਰੀ ਨਰਕ ਦੁਆਰੀ ਔਰ ਪੈਰ ਦੀ ਜੁੱਤੀ ਕਹਿ ਕੇ ਇਹੋ ਜਿਹੇ ਲਫ਼ਜ਼ ਸਨ। ਉਹਨਾਂ ਦੇ ਵਿੱਚੋਂ ਔਰਤ ਜਿਹੜੀ ਹੈ, ਸਾਡੀ ਨਾਰੀ ਜਿਹੜੀ ਹੈ, ਸਾਡੀਆਂ ਭੈਣਾਂ ਨੇ, ਮਾਤਾਵਾਂ ਨੇ, ਉਹ ਆਪਣੀ ਕਾਬਲੀਅਤ, ਆਪਣੀ ਮਿਹਨਤ ਸਦਕਾ ਜਿਹੜਾ ਵੇ ਉਸ ਹਾਲਾਤਾਂ ਦੇ ਵਿੱਚੋਂ ਬਾਹਰ ਆਈਆਂ। ਬਾਹਰ ਆ ਕੇ ਨਹੀਂ ਬਲਕਿ ਉਹ ਪੁਰਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ, ਬਲਕਿ ਉਦੋਂ ਵੀ ਅੱਗੇ ਸਾਡੀਆਂ ਪ੍ਰਾਈਮ ਮਿਨਿਸਟਰ ਬਣੀਆਂ, ਪ੍ਰੈਜ਼ੀਡੈਂਟ ਬਣੀਆਂ, ਗਵਰਨਰ ਬਣੀਆਂ ਔਰ ਵੱਖਰੇ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਦੇ ਹੈੱਡ ਤੇ ਬੈਠੀਆਂ ਨੇ। ਵੱਡੇ ਜੱਜਿਸ ਨੇ, ਐਡਵੋਕੇਟਸ ਨੇ, ਪ੍ਰੋਮੀਨੈਂਟ ਡੈਂਟਲ ਸਰਜਨ ਨੇ, ਮੈਡੀਕਲ ਨੇ। ਮੇਰਾ ਭਾਵ ਕਹਿਣ ਤੋਂ ਕਿ ਜਿੱਥੇ ਵੀ ਵੱਡੇ ਕਾਲਜਸ ਦੀਆਂ ਪ੍ਰਿੰਸੀਪਲਸ ਨੇ, ਜਿਸ ਤਰੀਕੇ ਨਾਲ ਸਾਡੇ ਕੋਲ ਅੱਜ ਵੀ ਸਾਡੇ ਇੱਥੇ ਮਹਿਮਾਨਾਂ ਦੇ ਵਿੱਚ ਜਿਹੜੇ ਸਪੀਕਰ ਗਲੈਕਸੀ ਸੀ ਸਾਡੇ ਵਿੱਚ KMV ਦੇ ਪ੍ਰਿੰਸੀਪਲ ਮੈਡਮ ਆਤਿਮਾ ਸ਼ਰਮਾ ਜੀ ਆਏ ਨੇ, ਸਾਡੇ ਕੋਲ ਭੈਣ ਪੂਨਮ ਸ਼ਰਮਾ ਜੀ ਜਿਹੜੇ ਨੇ ਉਹ ਪਹੁੰਚੇ ਨੇ, ਸਾਡੇ ਕੋਲ ਡੇਵਿਡ ਦੇ ਪ੍ਰਿੰਸੀਪਲ ਆਏ ਨੇ, ਸਾਡੇ ਕੋਲ ਇੱਕ ਪ੍ਰੋਮੀਨੈਂਟ ਐਡਵੋਕੇਟ ਜਿਹੜੇ ਅੰਮ੍ਰਿਤਸਰ ਤੋਂ ਆਏ ਨੇ, ਉਹਨਾਂ ਨੇ ਵਿਮਨ ਇੰਪਾਵਰਮੈਂਟ ਦੇ ਉੱਤੇ ਬੋਲਿਆ ਵੇ। ਸੋ ਮੇਰਾ ਕਹਿਣ ਤੋਂ ਭਾਵ ਕਿ ਇਸ ਵੇਲੇ ਵਿਮਨ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਇੰਪਾਵਰਡ ਤਾਂ ਹੈਗੀ ਹੈ। ਇੰਪਾਵਰਮੈਂਟ ਦਾ ਮਤਲਬ ਸੀ ਕਿ ਉਹ ਫਾਈਨੈਂਸ਼ੀਅਲੀ ਜਿਹੜੀ ਹੈਗੀ ਹੈ ਉਹ ਲਿਬਰਲ ਹੋਵੇ, ਉਹ ਐਜੂਕੇਟਡ ਹੋਵੇ, ਉਹਦਾ ਸਮਾਜ ਦੇ ਵਿੱਚ ਆਪਣਾ ਯੋਗਦਾਨ ਹੋਵੇ। ਇਸ ਵੇਲੇ ਔਰਤ ਆਪ ਨਿਰਣਾਇਕ ਹੈ, ਸਮਾਜ 'ਚ ਬੜਾ ਵੱਡਾ ਯੋਗਦਾਨ ਦੇ ਰਹੀ ਹੈ, ਫਾਈਨੈਂਸ਼ੀਅਲੀ ਉਹ ਬਹੁਤ ਅੱਛੇ ਸਟੇਟਸ ਤੇ ਵੇ। ਲੇਕਿਨ ਉਹਦੇ ਬਾਵਜੂਦ ਵੀ, ਵਿਮਨ ਇੰਪਾਵਰਡ ਹੋਣ ਦੇ ਬਾਵਜੂਦ ਵੀ ਅੱਜ ਸੇਫ ਤੇ ਸਿਕਿਉਰ ਨਹੀਂ। ਅੱਜ ਸਾਨੂੰ ਜਦੋਂ ਸਾਡੇ ਘਰ ਦੇ ਪਰਿਵਾਰ ਦੀ ਕੋਈ ਲੇਡੀ ਬਾਹਰ ਜਾਂਦੀ ਏ, ਸਾਡੀਆਂ ਬੱਚੀਆਂ ਬਾਹਰ ਪੜ੍ਹਨ ਜਾਂਦੀਆਂ ਨੇ, ਸਾਨੂੰ ਇੱਕ ਮਨ ਦੇ ਵਿੱਚ ਡਰ ਔਰ ਤੌਖਲਾ ਜਿਹੜਾ ਵੇ ਉਹ ਬਣਿਆ ਰਹਿੰਦਾ ਵੇ ਕਿ ਉਹ ਸੇਫ ਹੋਵੇ, ਸਿਕਿਉਰ ਹੋਵੇ। ਸੋ ਸਾਰੇ ਸਮਾਜ ਨੂੰ ਇੱਕ ਮੈਸੇਜ ਦੇਣ ਲਈ, ਸਾਰੇ ਸਮਾਜ ਦੇ ਵਿੱਚ ਇੱਕ ਜਾਗਰਤੀ ਪੈਦਾ ਕਰਨ ਲਈ, ਸਾਰੇ ਸਮਾਜ ਦੇ ਵਿੱਚ ਜਿਹੜੇ ਹਾਲਾਤ ਪੈਦਾ ਹੋ ਗਏ ਨੇ ਉਹਨਾਂ ਤੋਂ ਬਾਹਰ ਨਿਕਲਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਇੱਕ ਮਾਸ ਮੂਵਮੈਂਟ ਬਣਾਈ ਜਾਵੇ। ਸਮਾਜ ਨੂੰ ਇਸ ਪਾਸੇ ਸੋਚਣਾ ਪਏਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ, ਸਾਡੀਆਂ ਆਉਣ ਵਾਲੀਆਂ ਬੱਚੀਆਂ ਜਿਹੜੀਆਂ ਨੇ ਉਹ ਸੇਫ ਸਿਕਿਉਰ ਹੋਣ ਔਰ ਅਸੀਂ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰ ਸਕੀਏ। ਮੈਂ ਆਪਣੀਆਂ ਭੈਣਾਂ, ਮਾਤਾਵਾਂ, ਆਪਣੀਆਂ ਬੱਚੀਆਂ ਨੂੰ ਐਸੇ ਜਿਹੜੇ ਹਾਲਾਤ ਨੇ ਉਹਨਾਂ ਦੇ ਬਾਰੇ ਇੱਕੋ ਹੀ ਗੱਲ ਕਹਾਂਗਾ कि उठ सको तो उठो आंधियों की सूरत तुम, उठ सको तो उठो आंधियों की सूरत तुम, बदल सको तो बदल दो फिजा जमाने की। इस जमाने की फिजा, ये हालात ये बदलने पैने ने और तुसी ही बदल सकदियां हो।
ਅੱਜ ਅਸੀਂ ਨਾਰੀ ਏਕਤਾ ਦੀ ਗੱਲ ਕਰ ਰਹੇ ਹਾਂ, ਨਾਰੀ ਇੰਪਾਵਰਮੈਂਟ ਦੀ ਗੱਲ ਕਰ ਰਹੇ ਹਾਂ। ਜਿੱਥੇ ਨਾਰੀ ਇੰਪਾਵਰਡ ਹੋਣੀ ਚਾਹੀਦੀ ਹੈ, ਉੱਥੇ ਨਾਰੀ ਸੇਫ ਤੇ ਸਿਕਿਉਰ ਵੀ ਹੋਣੀ ਚਾਹੀਦੀ ਹੈ। ਸੋ ਬਹੁਤ ਬਹੁਤ ਧੰਨਵਾਦ ਫਿਰ ਦੁਬਾਰਾ ਮੇਰਾ ਇੱਕ ਵਾਰੀ ਜਿਨ੍ਹਾਂ ਨੇ ਔਰ ਇੱਥੇ ਆ ਕੇ ਤੁਹਾਡੇ ਤੱਕ ਸਾਡਾ ਸੁਨੇਹਾ ਜਿਹੜਾ ਵੇ ਉਹ ਪਹੁੰਚਾ ਰਹੇ ਨੇ। ਧੰਨਵਾਦ ਜੀ। ਧੰਨਵਾਦ ਜੀ। Thank you so much. Progressive Dental Society, and right next to me is dentist Dr. Meenal Buddhi Raja, who is an executive member of this Progressive Dental Society. So first of all, welcome in our segment of Notice Board of People of Jalandhar. Go ahead and introduce yourself and tell us all about this seminar. Myself, Dr. Meenal Buddhi Raja. I am practicing at Master Tara Singh Nagar, opposite Kamal Palace, by the name of the clinic, Dr. Meenal Aesthetic Clinic, because I am a dental surgeon, cosmetologist, and yes, hair transplants. Okay. What is the objective and the purpose of the seminar? So tell us a little bit about that. See, this is on the women empowerment topic, Okay. which is supposed to be highlighted everywhere, Okay. all over the nation. Mhm. Because nowadays, see, you have recently came to know about the Calcutta incident. Exactly, yeah. So that was, that's a heroic incident that happened. And so in that way, I think it was really important for us after Nirbhaya, the 12 years ago, the incident happened. Mhm. And now, since like even they were punished, they were even affected by the, Yeah. law has really given the justice to those family members. But still, people are so much dare to, get into these kind of heroic acts. So what our agenda is that women's safety is very important. Mhm. Either she is in the society, she's working everywhere, she is at her workplace, at her home place, she has to be safe enough, because only this society, if the women is empowered, only then the society will get to the higher. Okay. What message would you give to today's a younger lady or a professional working lady? What message would you give? So what I tell them is be aware at your workplace and just notice each and everyone who's coming and going from your office, and be alert with the the people around you, and keep yourself safe. Don't get mixed up so much so that you have been don't get over friendly, so that you can get affected by those people later. And just keep yourself so safe and educate yourself every day to be safe in the society. All right. Thank you so much for your time, doctor. And right here next to me is Madam Sonu Sharma. She is a Bollywood actress. You name it, she's a choreographer, and she will tell you all about it. First of all, ma'am, welcome to our segment and notice board of People of Jalandhar. Thank you. Today, we're going to talk about Progressive Dental Society has organized this beautiful seminar about women empowerment and safety and security. So tell us a few words about it. What are your thoughts about it? What do you think about it? And what is your message to the society, especially the working women, the doctors, the engineers, and all that? Go right ahead. So, I am Sonu Sonika. I am artist, theatre artist and choreographer. आज मैं PDS के सेमिनार में आमंत्रित हूँ, और बीइंग एन आर्टिस्ट मैंने काफ़ी रोल्स ये हैं, लाइक डॉक्टर बनी हूँ, एक कंप्लीट वुमन, एक IPS ऑफिसर का मैंने किरदार निभाया है। मतलब ये सारे रोल्स करके मुझे ये फीलिंग आती रही कि जो वुमन है वो टॉप पर पहुंच चुकी है, एक वो मुकाम हासिल कर चुकी है जहां पर उसको सबसे ऊपर जाना था। लेकिन मोबिता के इंसिडेंट्स के बाद और भी काफ़ी कुछ यहाँ पर कुछ जो सोसाइटीज़ में ऐसी हैपनिंग्स होती हैं, इन सब चीज़ों के बाद व्हाट आई फेल्ट कि अभी भी कहीं ना कहीं औरत को इस समाज में सिक्योरिटी के पर्पस को लेकर कहीं ना कहीं कमी है, जो हमने मिल बांटकर पूरी करनी है। नारी शक्ति अभी अधूरी है। अब उस मुकाम को हासिल करना है जहां कोई भी हमारी तरफ गंदी नजर उठाकर ना देख सके। तो मेरा आपसे यही रिक्वेस्ट है कि अपनी बच्चियों को, अपनी बहनों को, बेटियों को ऐसी संस्कृति, ऐसी संस्कार दें कि वो इतनी पावरफुल बन जाए कि ऐसी मिसहैपनिंग्स कहीं भी हमें सुनाई ना दे। That's it. Thank you so much for your time, and it was always a pleasure talking to you. Thank you so much. Well, right next to me is Dr. Sharu Kapila, and she's going to tell us all about it
from a doctor's point of view about this women empowerment and the safety and security of women, which has been a burning subject ever since Nirbhaya case and now the Kolkata case in West Bengal last month. So go ahead, ma'am, let our viewers know what do you think about it, and what are your views, and what would you suggest the young working professionals like yourself, how to protect yourself from these unfortunate incidents which are happening to our women in India? Good afternoon, everyone. I'm here on behalf of PDS. We are got a platform here to discuss these things. But as a doctor, I'm also blessed with the daughters. But I think so the girls are not safe. There should be strict regulation, strict rules for the people who are roaming here and creating such a blunder things. Firstly, I would, from internally, I feel there should be some like strong laws should be passed against these people. And we should also train our daughters to be bold. They should be like trained for self-defense, and they should protect themselves. We can't be everywhere with our daughters. Like we can't be on whether they are going to tuitions, whether they are going out for everything. You can't be everywhere. Exactly. So you should train your daughters also. And if you are blessed with the sons, we should also teach our sons to respect a woman. When you teach from the childhood that how to respect your mother, firstly they see everything, the atmosphere at your place. Exactly. Firstly, the husband should respect their wife, and that things are catched by the atmosphere, basically catched by the children. Yeah. So when husband is respecting his or her wife, then only the children see the good atmosphere, and they know these type of things, and then only they will learn to respect the ladies. So I think so these things should be start from our homes, and they should be childhood taught to girls also, to boys also. Basically, parents should take a little efforts. We can't blame societies because everybody is not educated. As India is full of everything, poor class, high class, middle class. So just this is as we belong to a good family, we should educate our children. Slowly, the atmosphere will be good. So it's better to teach our children. Basically, from it should be started from our homes, then only. And I request, to the government, please pass some strong laws against these things, so that nobody dare. They should be hanged in front of everybody, so that nobody should dare and come to dare this evil again. So please request. This is my request to government, please pass some laws. Otherwise, these things will be happening again and again. As we see, every year this is happening. Nothing is there starting, everybody's shouting, everybody's candle marching, but nothing is there. Yeah. So strict steps should be taken. All right. Thank you so much for your time, ma'am.